ਸਵਰਗੀ ਮਾਤਾ, ਸਭ ਤੋਂ ਸੁਰੱਖਿਅਤ ਪਨਾਹ ਸਿਰਲੇਖ ਉਪਦੇਸ਼ ਦੇ ਅਧੀਨ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਸਾਂਝਾ ਕਰਨਾ ਚਾਹੁੰਦਾ ਹਾਂ। ਅਤੀਤ ਵਿੱਚ ਜਦੋਂ ਬੱਚੇ ਖਤਰੇ ਵਿੱਚ ਹੁੰਦੇ ਸੀ ਤਾਂ ਉਹ ਅਕਸਰ ਆਪਣੀ ਮਾਤਾ ਦੀ ਸਕਰਟ ਦੇ ਪਿੱਛੇ ਲੁਕ ਜਾਂਦੇ ਸੀ। ਪੁਰਾਣੇ ਦਿਨਾਂ ਵਿੱਚ ਬਹੁਤ ਸਾਰੀਆਂ ਔਰਤਾਂ ਹਾਨਬੋਕ ਪਹਿਨਦੀਆਂ ਸੀ ਜਿਨ੍ਹਾਂ ਵਿੱਚ ਅੰਡਰਲਾਈਨਿੰਗ ਸਕਰਟ ਹੁੰਦੀ ਸੀ। ਜਦੋਂ ਚੂਚੇ ਖਤਰੇ ਵਿੱਚ ਹੁੰਦੇ ਹਨ ਤਦ ਉਹ ਮੁਰਗੀ ਦੇ ਖੰਭਾਂ ਦੇ ਹੇਠਾਂ ਲੁਕ ਜਾਂਦੇ ਹਨ। ਨਾਲ ਹੀ ਬੱਚਾ ਕੰਗਾਰੂ ਆਪਣੀ ਮਾਤਾ ਦੀ ਥੈਲੀ ਵਿੱਚ ਚਲਾ ਜਾਂਦਾ ਹੈ। ਬੱਚਾ ਕੋਆਲਾ ਆਪਣੀ ਮਾਤਾ ਦੀ ਪਿੱਠ ਨਾਲ ਗੂੰਦ ਵਾਂਗ ਚਿਪਕ ਜਾਂਦਾ ਹੈ। ਅਜਿਹਾ ਕਿਉਂ ਹੈ? ਸਾਰੇ ਲੋਕੋ, ਕੀ ਤੁਸੀਂ ਕਦੇ ਇਹਨਾਂ ਗੱਲਾਂ ਬਾਰੇ ਸੋਚਿਆ ਹੈ? ਉਹਨਾਂ ਕੋਲ ਉਹਨਾਂ ਦੇ ਪਿਤਾ ਹਨ। ਕੀ ਮਾਤਾ ਪਿਤਾ ਨਾਲੋਂ ਥੋੜੀ ਕਮਜ਼ੋਰ ਨਹੀਂ ਹੈ? ਫਿਰ ਵੀ ਜਦੋਂ ਅਸੀਂ ਪਰਮੇਸ਼ਵਰ ਦੁਆਰਾ ਬਣਾਏ ਗਏ ਵੱਖ ਜਾਨਵਰਾਂ ਨੂੰ ਦੇਖਦੇ ਹਾਂ ਤਾਂ ਉਹ ਆਪਣੀ ਮਾਤਾ ਦੀ ਪਿੱਠ ਤੇ ਗੂੰਦ ਵਾਂਗ ਕਿਉਂ ਚਿਪਕਦੇ ਰਹਿੰਦੇ ਹਨ? ਬਾਈਬਲ ਸਾਨੂੰ ਦੱਸਦੀ ਹੈ ਕਿ ਕੁਦਰਤ ਵਿੱਚ ਪਰਮੇਸ਼ਵਰ ਦੀ ਇੱਛਾ ਪ੍ਰਗਟ ਹੁੰਦੀ ਹੈ। ਜਦੋਂ ਸੰਤਾਨ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਆਪਣੀ ਮਾਤਾ ਨੂੰ ਬੁਲਾਉਂਦੇ ਹਨ। ਜਦੋਂ ਬੱਚੇ ਮਾਤਾ ਚੀਕਦੇ ਹਨ ਤਾਂ ਮਾਤਾ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਸੁਪਰ ਵੂਮੈਨ ਵਾਂਗ ਆਉਂਦੀ ਹੈ ਅਤੇ ਸਾਰੇ ਖਤਰਿਆਂ ਨੂੰ ਹੱਲ ਕਰਦੀ ਹੈ। ਇਹੀ ਹਾਲ ਛੋਟੇ ਬੱਚੇ ਦਾ ਵੀ ਹੈ। ਜਦੋਂ ਖਤਰਾ ਆਉਂਦਾ ਹੈ ਤਾਂ ਉਹ ਆਪਣੀ ਮਾਤਾ ਨੂੰ ਲੱਭਦੇ ਹਨ, ਉਹਨਾਂ ਕੋਲ ਰਹਿਣਾ ਚਾਹੁੰਦੇ ਹਨ ਅਤੇ ਉਹਨਾਂ ਦੀ ਸਕਰਟ ਦੇ ਪਿੱਛੇ ਲੁਕ ਜਾਂਦੇ ਹਨ। ਜਦੋਂ ਖਤਰਨਾਕ ਜਾਨਵਰ ਆਉਂਦੇ ਹਨ ਤਾਂ ਚੂਚੇ ਆਪਣੀ ਮਾਤਾ ਕੋਲ ਦੌੜਦੇ ਹਨ ਅਤੇ ਉਹਨਾਂ ਦੇ ਖੰਭਾਂ ਹੇਠ ਲੁਕ ਜਾਂਦੇ ਹਨ। ਇੱਥੋਂ ਤੱਕ ਕਿ ਜੇਕਰ ਇੱਕ ਵੱਡਾ ਕੁੱਤਾ ਵੀ ਉਹਨਾਂ ਤੇ ਝਪਟਦਾ ਹੈ ਤਾਂ ਮਾਤਾ ਭਿਆਨਕ ਹੋ ਜਾਂਦੀ ਹੈ ਅਤੇ ਸੋਚਦੀ ਹੈ, ਜੇ ਤੁਸੀਂ ਕਦੇ ਮੇਰੇ ਬੱਚੇ ਤੇ ਉਂਗਲੀ ਚੱਕੀ ਤਾਂ ਮੈਂ ਤੁਹਾਨੂੰ ਜਾਣ ਨਹੀਂ ਦਿਆਂਗੀ। ਸਾਨੂੰ ਇਸ ਤੱਥ ਦੁਆਰਾ ਆਤਮਿਕ ਪਹਿਲੂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕੋਈ ਵੀ ਜਾਨਵਰ ਆਪਣੀ ਮਾਤਾ ਦੇ ਸਖਤ ਸਰੂਪ ਕਾਰਨ ਚੂਚਿਆਂ ਕੋਲ ਜਾਣ ਦੀ ਹਿੰਮਤ ਨਹੀਂ ਕਰ ਪਾਉਂਦਾ। ਮਾਤਾ ਸਭ ਤੋਂ ਸੁਰੱਖਿਅਤ ਪਨਾਹ ਕਿਉਂ ਹੈ? ਅੱਜ ਆਓ ਦੇਖੀਏ ਕਿ ਬਾਈਬਲ ਸਾਨੂੰ ਕੀ ਦੱਸਦੀ ਹੈ। ਬਾਈਬਲ ਕਹਿੰਦੀ ਹੈ ਕਿ ਹੁਣ ਸੰਕਟ ਦਾ ਯੁੱਗ ਹੈ। ਨਾਲ ਹੀ ਵੱਖ ਸਥਿਤੀਆਂ ਨੂੰ ਦੇਖਦੇ ਹੋਏ ਯੁੱਧ ਲਗਾਤਾਰ ਛਿੜ ਰਹੇ ਹਨ। ਜਲਵਾਯੂ ਤਬਾਹੀਆਂ ਜ਼ਿਆਦਾ ਵਾਰ ਵਾਪਰ ਰਹੀਆਂ ਹਨ ਅਤੇ ਧਰਤੀ ਦੀ ਵਾਤਾਵਰਣਕ ਹਾਲਾਤ ਹੋਰ ਘੱਟ ਸੁਰੱਖਿਅਤ ਹੁੰਦੇ ਜਾ ਰਹੇ ਹਨ। ਅਜਿਹੇ ਸਮਿਆਂ ਵਿੱਚ ਪਰਮੇਸ਼ਵਰ ਸਾਨੂੰ ਕਿੱਥੇ ਭੱਜਣ ਲਈ ਕਹਿੰਦੇ ਹਨ? ਉਹ ਕਹਿੰਦੇ ਹਨ, ਸੀਯੋਨ ਨੂੰ ਭੱਜੋ। ਫਿਰ ਉਹ ਕਿਉਂ ਚਾਹੁੰਦੇ ਹਨ ਕਿ ਅਸੀਂ ਸੀਯੋਨ ਨੂੰ ਭੱਜੀਏ? ਸੀਯੋਨ ਵਿੱਚ ਕੌਣ ਹੈ? ਸੀਯੋਨ ਸਭ ਤੋਂ ਸੁਰੱਖਿਅਤ ਸਥਾਨ ਹੋਣ ਦਾ ਇੱਕ ਕਾਰਨ ਇਹ ਹੈ ਕਿ ਮਾਤਾ ਉੱਥੇ ਹੈ। ਇਸ ਮਾਮਲੇ ਬਾਰੇ ਆਓ ਅਸੀਂ ਦਾਨੀਏਲ ਅਧਿਆਇ 2 ਵਚਨ 1 ਦੇਖੀਏ। ਦਾਨੀਏਲ ਅਧਿਆਇ 2 ਵਚਨ 1 ਵਿੱਚ ਲਿਖਿਆ ਹੈ, ਨਬੂਕਦਨਸਰ ਨੇ ਆਪਣੇ ਰਾਜ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦੀ ਜਾਨ ਘਬਰਾ ਗਈ ਅਤੇ ਉਹਦੀ ਨੀਂਦ ਜਾਂਦੀ ਰਹੀ। ਰਾਜਾ ਨਬੂਕਦਨਸਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਸੁਪਨਾ ਸੀ, ਪਰ ਉਹ ਇਸ ਨੂੰ ਭੁੱਲ ਗਿਆ। ਉਹ ਜਾਣਨਾ ਚਾਹੁੰਦਾ ਸੀ ਕਿ ਸੁਪਨਾ ਕੀ ਸੀ। ਉਸ ਸਮੇਂ ਉਸ ਕੋਲ ਜਾਦੂਗਰ, ਤੰਤਰੀ ਅਤੇ ਟੂਣੇ ਵਰਗੇ ਸਲਾਹਕਾਰ ਸੀ, ਜਿਨ੍ਹਾਂ ਤੋਂ ਉਹ ਸਲਾਹ ਲੈ ਸਕਦਾ ਸੀ। ਉਸਨੇ ਸੋਚਿਆ, ਉਹ ਮੈਨੂੰ ਦੱਸਣਗੇ, ਇਸ ਲਈ ਉਸਨੇ ਉਹਨਾਂ ਨੂੰ ਪੁੱਛਿਆ। ਪਰ ਜੇ ਤੁਸੀਂ ਵਚਨ 11 ਨੂੰ ਵੇਖੋ ਤਾਂ ਉਹਨਾਂ ਨੇ ਕਿਹਾ, ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ ਹੈ। ਅੰਗਰੇਜ਼ੀ ਬਾਈਬਲ ਵਿੱਚ ਇਹ ਲਿਖਿਆ ਹੈ, ਇਹ ਬਹੁਤ ਔਖਾ ਹੈ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਸਮਰੱਥਾ ਤੋਂ ਬਾਹਰ ਹੈ ਅਤੇ ਦਿਉਤਿਆਂ ਬਿਨਾਂ ਜੋ ਦੇਹਤਾਰੀਆਂ ਨਾਲ ਨਹੀਂ ਵਸਦੇ ਕੋਈ ਰਾਜੇ ਦੇ ਦਰਬਾਰ ਉਹਨੂੰ ਦੱਸ ਨਹੀਂ ਸਕਦਾ। ਉਹਨਾਂ ਨੇ ਕਿਹਾ, ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਰਾਜੇ ਨੇ ਕੀ ਸੁਪਨਾ ਦੇਖਿਆ ਸੀ? ਇਹ ਇੰਨਾ ਔਖਾ ਕੰਮ ਹੈ ਕਿ ਦੇਵਤਿਆਂ ਤੋਂ ਇਲਾਵਾ ਕੋਈ ਨਹੀਂ ਦੱਸ ਸਕਦਾ। ਇਸ ਤਰ੍ਹਾਂ ਉਹਨਾਂ ਨੇ ਰਾਜੇ ਦੀ ਬੇਨਤੀ ਨੂੰ ਠੁਕਰਾ ਦਿੱਤਾ। ਆਓ ਵਚਨ 12 ਨਾਲ ਜਾਰੀ ਰੱਖੀਏ।
ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅਤਿ ਗਰਮ ਹੋਇਆ ਅਤੇ ਉਹਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਗਿਆਨੀਆਂ ਨੂੰ ਨਾਸ ਕਰੋ। ਰਾਜੇ ਨੇ ਕਿਹਾ, ਤੁਸੀਂ ਉਸ ਸੁਪਨੇ ਨੂੰ ਵੀ ਪ੍ਰਗਟ ਨਹੀਂ ਕਰ ਸਕਦੇ ਜੋ ਮੈਂ ਕੱਲ ਰਾਤ ਨੂੰ ਦੇਖਿਆ ਸੀ। ਹਾਲਾਂਕਿ ਕੀ ਤੁਸੀਂ ਇਹ ਕਹਿੰਦੇ ਹੋਏ ਕਿ ਤੁਸੀਂ ਭਵਿੱਖ ਨੂੰ ਜਾਣਦੇ ਹੋ, ਮੈਨੂੰ ਮੇਰੀ ਕਿਸਮਤ ਨਹੀਂ ਦੱਸ ਰਹੇ ਹੋ। ਇਸ ਲਈ ਰਾਜਾ ਬਹੁਤ ਕ੍ਰੋਧਿਤ ਹੋ ਗਿਆ। ਉਹਨਾਂ ਸਾਰਿਆਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ। ਵਚਨ 13। ਸੋ ਹੁਕਮ ਨਿਕਲਿਆ ਅਤੇ ਗਿਆਨੀਆਂ ਨੇ ਮਾਰੇ ਜਾਣਾ ਸੀ ਤੇ ਉਹਨਾਂ ਨੇ ਦਾਨੀਏਲ ਤੇ ਉਸਦੇ ਸਾਥੀਆਂ ਨੂੰ ਮਾਰੇ ਜਾਣ ਲਈ ਢੂੰਡਿਆ। ਦਾਨੀਏਲ ਅਤੇ ਉਸਦੇ ਦੋਸਤ ਪਰਮੇਸ਼ਵਰ ਦੀ ਸੇਵਾ ਕਰਦੇ ਸੀ, ਇਸ ਲਈ ਰਾਜੇ ਨੇ ਉਹਨਾਂ ਸਾਰਿਆਂ ਨੂੰ ਵੀ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ। ਉਸ ਸਮੇਂ ਦਾਨੀਏਲ ਨੇ ਰਾਜੇ ਦੇ ਅਧਿਕਾਰੀ ਅਰਯੋਕ ਨੂੰ ਕਿਹਾ, ਮੈਨੂੰ ਕੁਝ ਦਿਨ ਦਿਓ, ਮੈਂ ਉਸ ਨੂੰ ਸੁਪਨਾ ਦੱਸ ਸਕਦਾ ਹਾਂ। ਇਸ ਤਰ੍ਹਾਂ ਪ੍ਰਾਰਥਨਾ ਕਰਨ ਤੋਂ ਬਾਅਦ ਦਾਨੀਏਲ ਨੇ ਪਰਮੇਸ਼ਵਰ ਤੋਂ ਸਿੱਖਿਆ ਕਿ ਰਾਜੇ ਦਾ ਸੁਪਨਾ ਕੀ ਸੀ। ਆਓ ਅਸੀਂ ਅਧਿਆਇ 2 ਵਚਨ 27 ਵੱਲ ਵਧੀਏ। ਦਾਨੀਏਲ ਅਧਿਆਇ 2 ਵਚਨ 27 ਵਿੱਚ ਇਹ ਲਿਖਿਆ ਹੈ, ਦਾਨੀਏਲ ਨੇ ਰਾਜੇ ਦੇ ਦਰਬਾਰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਮਹਾਰਾਜ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗਮ ਜਾਣੀ ਮਹਾਰਾਜ ਨੂੰ ਦੱਸ ਸਕਦੇ ਹਨ। ਪਰ ਆਕਾਸ਼ ਉੱਤੇ ਇੱਕ ਕੌਣ ਹੈ? ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪ੍ਰਗਟ ਕਰਦਾ ਹੈ। ਉਸਨੇ ਸਮਝਾਇਆ ਕਿ ਕੇਵਲ ਪਰਮੇਸ਼ਵਰ ਹੀ ਇਹਨਾਂ ਚੀਜ਼ਾਂ ਨੂੰ ਪ੍ਰਗਟ ਕਰ ਸਕਦੇ ਹਨ। ਫਿਰ ਇਸ ਯੁੱਗ ਵਿੱਚ ਸਭ ਤੋਂ ਸੁਰੱਖਿਅਤ ਪਨਾਹ ਕੀ ਹੈ? ਇੱਕ ਸੁਰੱਖਿਅਤ ਪਨਾਹ ਲੱਭਣ ਲਈ ਸੰਸਾਰ ਦੇ ਲੋਕ ਅਹਿਸਾਸ ਨਾਲ ਆਪਣੀ ਦੌਲਤ, ਸਬੰਧ ਅਤੇ ਸ਼ਕਤੀ ਦੀ ਵਰਤੋਂ ਕਰਦੇ ਹਨ ਕਿ ਉਹ ਇੱਕ ਖਤਰਨਾਕ ਸਥਿਤੀ ਪੈਦਾ ਹੋਣ ਤੇ ਸਭ ਤੋਂ ਸੁਰੱਖਿਅਤ ਪਨਾਹ ਵੱਲ ਭੱਜਣਗੇ। ਕੁਝ ਲੋਕ ਭੂਮੀਗਤ ਹੋ ਜਾਣਗੇ, ਕੁਝ ਲੋਕ ਪੁਲਾੜ ਜਹਾਜ਼ਾਂ ਤੇ ਦੂਜੇ ਗ੍ਰਹਿ ਤੇ ਚਲੇ ਜਾਣਗੇ, ਜਾਂ ਕੁਝ ਲੋਕ ਸਮੁੰਦਰ ਦੇ ਹੇਠਾਂ ਚਲੇ ਜਾਣਗੇ। ਉਹ ਹਰ ਤਰ੍ਹਾਂ ਦੀ ਖੋਜ ਕਰਦੇ ਹਨ, ਪਰ ਪਰਮੇਸ਼ਵਰ ਕੀ ਕਹਿੰਦੇ ਹਨ? ਪਰਮੇਸ਼ਵਰ ਕਹਿੰਦੇ ਹਨ ਕਿ ਉਹ ਜਿੱਥੇ ਵੀ ਹੋਣ, ਉਹ ਨਿਆਂ ਤੋਂ ਬਚ ਨਹੀਂ ਸਕਦੇ। ਹਾਲਾਂਕਿ ਦਾਨੀਏਲ ਇੱਥੇ ਕਹਿੰਦਾ ਹੈ, ਕੋਈ ਵੀ ਭੇਤ ਦੀ ਵਿਆਖਿਆ ਨਹੀਂ ਕਰ ਸਕਦਾ। ਸਿਰਫ ਪਰਮੇਸ਼ਵਰ ਹੀ ਭੇਤ ਨੂੰ ਪ੍ਰਗਟ ਕਰ ਸਕਦੇ ਹਨ। ਉਸਨੇ ਕਿਹਾ, ਪਰਮੇਸ਼ਵਰ ਮੈਨੂੰ ਇਸ ਬਾਰੇ ਦੱਸਣਗੇ, ਇਸ ਲਈ ਮੈਨੂੰ ਕੁਝ ਦਿਨ ਦਿਓ, ਅਤੇ ਬਾਅਦ ਵਿੱਚ ਉਸਨੇ ਰਾਜੇ ਨੂੰ ਦਾਨੀਏਲ ਅਧਿਆਇ 2 ਵਿੱਚ ਮੂਰਤੀ ਬਾਰੇ ਸੁਪਨਾ ਸਮਝਾਇਆ। ਜਦੋਂ ਰਾਜੇ ਨੇ ਸਭ ਕੁਝ ਸੁਣਿਆ ਤਾਂ ਉਸਨੂੰ ਯਾਦ ਆਇਆ, ਉਹ ਮੇਰਾ ਸੁਪਨਾ ਇਹ ਸੀ। ਵਿਆਖਿਆ ਬਾਰੇ ਕੀ? ਵਿਆਖਿਆ ਵੀ ਸਹੀ ਸੀ। ਉਹੀ ਸੋਨੇ ਦਾ ਸਿਰ ਤੁਸੀਂ ਹੋ, ਅਤੇ ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ, ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ, ਅਤੇ ਚੌਥਾ ਰਾਜ ਲੋਹੇ ਵਰਗਾ ਕਰੜਾ ਹੋਵੇਗਾ। ਇਹ ਪੈਰ ਦੀਆਂ 10 ਉਂਗਲਾਂ ਵਾਂਗ 10 ਰਾਜਾਂ ਵਿੱਚ ਵੰਡਿਆ ਜਾਵੇਗਾ। ਉਸਨੇ ਰਾਜੇ ਨੂੰ ਦੱਸਿਆ ਕਿ ਕੀ ਹੋਵੇਗਾ। ਰਾਜਾ ਨਬੂਕਦਨਸਰ ਆਪਣੇ ਸਮੇਂ ਦਾ ਸਭ ਤੋਂ ਸ਼ਕਤੀਸ਼ਾਲੀ ਆਦਮੀ ਸੀ। ਉਸਨੇ ਦਾਨੀਏਲ ਨੂੰ ਮੱਥਾ ਟੇਕਿਆ, ਜੋ ਇੱਕ ਬੰਦੀ ਸੀ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਉਹ ਦਾਨੀਏਲ ਨੂੰ ਉਹ ਸਭ ਕੁਝ ਦੇਵੇਗਾ ਜੋ ਉਹ ਚਾਹੁੰਦਾ ਹੈ। ਅਸੀਂ ਬਾਈਬਲ ਵਿੱਚ ਪੁਸ਼ਟੀ ਕਰ ਸਕਦੇ ਹਾਂ ਕਿ ਰਾਜੇ ਨੇ ਉਸ ਨੂੰ ਹਰ ਤਰ੍ਹਾਂ ਦੇ ਖਜ਼ਾਨੇ ਦਿੱਤੇ। ਦਾਨੀਏਲ ਨੇ ਕੀ ਕਿਹਾ ਕਿ ਉਹ ਕੌਣ ਹੈ ਜੋ ਇਹਨਾਂ ਸਾਰੇ ਭੇਤ ਦੀ ਵਿਆਖਿਆ ਕਰ ਸਕਦਾ ਸੀ? ਉਹਨਾਂ ਨੇ ਕਿਹਾ ਕਿ ਇਹ ਕੇਵਲ ਪਰਮੇਸ਼ਵਰ ਹਨ। ਕੀ ਦਾਨੀਏਲ ਨੇ ਨਬੂਕਦਨਸਰ ਦੇ ਸੁਪਨੇ ਨੂੰ ਆਪਣੇ ਆਪ ਹੀ ਸਮਝਿਆ ਸੀ? ਉਸਨੇ ਇਸ ਨੂੰ ਪਰਮੇਸ਼ਵਰ ਤੋਂ ਸਿੱਖਿਆ ਸੀ ਅਤੇ ਪਰਮੇਸ਼ਵਰ ਦੁਆਰਾ ਉਸ ਨੂੰ ਦਿੱਤੀ ਗਈ ਬੁੱਧੀ ਨਾਲ ਸੁਪਨੇ ਦੀ ਵਿਆਖਿਆ ਕੀਤੀ ਸੀ, ਹੈ ਨਾ? ਫਿਰ ਅੱਜ ਸਾਡੇ ਲਈ ਸਭ ਤੋਂ ਸੁਰੱਖਿਅਤ ਪਨਾਹ ਕਿੱਥੇ ਹੈ? ਸਿਰਫ ਪਰਮੇਸ਼ਵਰ ਹੀ ਸਾਨੂੰ ਦੱਸ ਸਕਦੇ ਹਨ। ਦੁਨੀਆ ਇਸ ਨੂੰ ਨਹੀਂ ਜਾਣਦੀ। ਉਹ ਇੱਕੋ ਬਾਈਬਲ ਪੜ੍ਹਦੇ ਹਨ, ਪਰ ਇਸ ਨੂੰ ਨਹੀਂ ਸਮਝਦੇ। ਪਰ ਇਹ ਸਾਨੂੰ ਕੌਣ ਸਿਖਾਉਂਦਾ ਹੈ? ਕਿ ਅਸੀਂ ਇਹ ਵਿਸ਼ੇ ਵਸਤੂ ਇਸ ਲਈ ਨਹੀਂ ਸਿੱਖੀ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਦੱਸਿਆ। ਆਓ ਅਸੀਂ ਮੱਤੀ ਅਧਿਆਇ 13 ਵਚਨ 10 ਦੇਖੀਏ। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ,
ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਵਚਨ 11 ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਕੀ ਕੀਤੀ ਗਈ ਹੈ? ਤੁਹਾਨੂੰ ਦਿੱਤੀ ਗਈ। ਜਿਵੇਂ ਪਰਮੇਸ਼ਵਰ ਨੇ ਦਾਨੀਏਲ ਨੂੰ ਦਿਖਾਇਆ, ਉਸੇ ਤਰ੍ਹਾਂ ਉਹ ਸਾਨੂੰ ਸਭ ਕੁਝ ਦਿਖਾਉਂਦੇ ਹਨ। ਉਸਨੇ ਦਾਨੀਏਲ ਨੂੰ ਰਾਜਾ ਨਬੂਕਦਨਸਰ ਦੇ ਸੁਪਨੇ ਅਤੇ ਉਸ ਦੀ ਵਿਆਖਿਆ ਬਾਰੇ ਦੱਸਿਆ। ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ, ਪਰ ਦੂਜਿਆਂ ਬਾਰੇ ਕੀ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। ਸਭ ਤੋਂ ਸੁਰੱਖਿਅਤ ਪਨਾਹ ਕੀ ਹੈ? ਬਹੁਤ ਸਾਰੇ ਲੋਕ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਦਾ ਜਵਾਬ ਸਾਨੂੰ ਕੌਣ ਦੱਸ ਸਕਦਾ ਹੈ? ਸਿਰਫ ਪਰਮੇਸ਼ਵਰ ਹੀ ਸਾਨੂੰ ਜਵਾਬ ਦੱਸ ਸਕਦੇ ਹਨ। ਜਿਸ ਤਰ੍ਹਾਂ ਪਰਮੇਸ਼ਵਰ ਨੇ ਦਾਨੀਏਲ ਨੂੰ ਸੁਪਨੇ ਅਤੇ ਉਸ ਦੀ ਵਿਆਖਿਆ ਬਾਰੇ ਦੱਸਿਆ ਅਤੇ ਨਬੂਕਦਨਸਰ ਦੀ ਉਤਸੁਕਤਾ ਨੂੰ ਹੱਲ ਕੀਤਾ, ਉਸੇ ਤਰ੍ਹਾਂ ਇਸ ਯੁੱਗ ਵਿੱਚ ਪਰਮੇਸ਼ਵਰ ਸਿਰਫ ਆਪਣੀਆਂ ਸੰਤਾਨਾਂ ਨੂੰ ਇਹ ਜਾਣਨ ਦਿੰਦੇ ਹਨ ਕਿ ਸਭ ਤੋਂ ਸੁਰੱਖਿਅਤ ਪਨਾਹ ਕਿੱਥੇ ਹੈ। ਉਹਨਾਂ ਨੇ ਕਿਹਾ, ਮੈਂ ਇਹ ਤੁਹਾਨੂੰ ਦੱਸਿਆ ਹੈ, ਪਰ ਦੂਜਿਆਂ ਨੂੰ ਨਹੀਂ। ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ। ਵਚਨ 12 ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਧਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ। ਮੈਂ ਇਸ ਲਈ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਉਹ ਵੇਖਦੇ ਹੋਏ ਪਰ ਕੀ ਹੁੰਦਾ ਹੈ, ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਇਹ ਲਿਖਿਆ ਹੈ ਕਿ ਅੱਖਾਂ ਹੁੰਦੇ ਹੋਏ ਵੀ ਉਹ ਨਹੀਂ ਦੇਖਦੇ, ਕੰਨ ਹੁੰਦੇ ਹੋਏ ਵੀ ਉਹ ਨਹੀਂ ਸੁਣਦੇ, ਭਾਵੇਂ ਉਹਨਾਂ ਕੋਲ ਦਿਲ ਹੈ ਪਰ ਉਹ ਨਹੀਂ ਸਮਝਦੇ। ਕੀ ਇਹ ਸਿਰਫ ਪਰਮੇਸ਼ਵਰ ਨਹੀਂ ਹਨ ਜੋ ਸਾਨੂੰ ਸਾਰੇ ਭੇਤਾਂ ਨੂੰ ਜਾਣਨ ਦਿੰਦੇ ਹਨ? ਦਾਨੀਏਲ ਸੁਪਨੇ ਅਤੇ ਇਸ ਦੀ ਵਿਆਖਿਆ ਨੂੰ ਜਾਣਦਾ ਸੀ। ਅਜਿਹਾ ਇਸ ਲਈ ਨਹੀਂ ਸੀ ਕਿ ਉਹ ਬੁੱਧੀਮਾਨ ਸੀ ਅਤੇ ਨਾ ਹੀ ਇਸ ਲਈ ਕਿ ਉਹ ਇੱਕ ਨੇਕ ਆਦਮੀ ਸੀ। ਦਾਨੀਏਲ ਦੇ ਸੁਪਨੇ ਨੂੰ ਪ੍ਰਗਟ ਕਰਨ ਤੋਂ ਪਹਿਲਾਂ ਆਪਣੇ ਦੋਸਤਾਂ ਨਾਲ ਪਰਮੇਸ਼ਵਰ ਤੋਂ ਪ੍ਰਾਰਥਨਾ ਕੀਤੀ। ਅਸੀਂ ਇਹ ਨਹੀਂ ਜਾਣਦੇ, ਪਿਤਾ ਜੀ, ਕਿਰਪਾ ਕਰਕੇ ਇਹਨਾਂ ਸਾਰੀਆਂ ਗੱਲਾਂ ਬਾਰੇ ਦੱਸੋ। ਅਸੀਂ ਇਸ ਨੂੰ ਆਪਣੀ ਮਨੁੱਖੀ ਸ਼ਕਤੀ ਦੁਆਰਾ ਨਹੀਂ ਜਾਣ ਸਕਦੇ। ਇਸ ਤਰ੍ਹਾਂ ਦਾਨੀਏਲ, ਸ਼ਦਰਕ, ਮੇਸ਼ਕ ਅਤੇ ਅਬੇਦਨੇਗੋ ਨੇ ਇਮਾਨਦਾਰੀ ਨਾਲ ਪ੍ਰਾਰਥਨਾ ਕੀਤੀ। ਅੰਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਸੁਪਨੇ ਅਤੇ ਵਿਆਖਿਆ ਨੂੰ ਦੱਸਿਆ ਤਾਂ ਜੋ ਮੂਰਤੀਆਂ ਦੀ ਪੂਜਾ ਕਰਨ ਵਾਲੇ ਗੈਰ ਕੌਮ ਦੇਸ਼ ਬਾਬਲ ਵਿੱਚ ਪਰਮੇਸ਼ਵਰ ਦੀ ਵਡਿਆਈ ਨੂੰ ਵਧਾਉਣ ਲਈ ਇੱਕ ਮਹਾਨ ਕੰਮ ਕੀਤਾ ਜਾ ਸਕੇ। ਇੱਥੋਂ ਤੱਕ ਕਿ ਉਹ ਵਿਅਕਤੀ ਵੀ ਜਿਸ ਕੋਲ ਧਰਮ ਸ਼ਾਸਤਰ ਦੀ ਡਾਕਟਰੇਟ ਦਾ ਸਿਰਲੇਖ ਹੈ ਜਾਂ ਇੱਕ ਪਾਦਰੀ ਜਿਸ ਨੇ ਬਹੁਤ ਸਾਲਾਂ ਤੋਂ ਅਭਿਆਸ ਕੀਤਾ ਹੈ, ਉਹ ਆਪ ਬਾਈਬਲ ਨੂੰ ਨਹੀਂ ਸਮਝਦਾ ਹੈ, ਹੈ ਨਾ? ਸਾਨੂੰ ਕੌਣ ਦੱਸੇਗਾ? ਇਸ ਲਈ ਯੂਹੰਨਾ ਅਧਿਆਇ 6 ਵਚਨ 45 ਵਿੱਚ ਯਿਸੂ ਕਹਿੰਦੇ ਹਨ, ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਉਸ ਨੂੰ ਪਰਮੇਸ਼ਵਰ ਦੁਆਰਾ ਸਿਖਾਇਆ ਨਹੀਂ ਜਾਂਦਾ। ਮੇਰੇ ਕੋਲ ਆਉਣ ਦਾ ਰਸਤਾ ਸਵਰਗ ਦੇ ਰਹੱਸਾਂ ਤੋਂ ਬਣਿਆ ਹੈ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ। ਫਿਰ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਇਸ ਯੁੱਗ ਵਿੱਚ ਸਭ ਤੋਂ ਸੁਰੱਖਿਅਤ ਪਨਾਹ ਕਿੱਥੇ ਹੈ? ਨੂਰ ਦੀ ਕਿਸ਼ਤੀ ਵਰਗੀ ਜਗ੍ਹਾ ਕਿੱਥੇ ਹੈ? ਜੇਕਰ ਅਸੀਂ ਸਥਾਨ ਦੇ ਸੰਦਰਭ ਵਿੱਚ ਬੋਲਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਸੀਯੋਨ, ਪਰ ਉਹ ਜਗ੍ਹਾ ਆਪ ਸਾਡੀ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦਾ। ਸੀਯੋਨ ਵਿੱਚ ਕੌਣ ਹੈ ਜੋ ਸਾਡੀਆਂ ਆਤਮਾਵਾਂ ਦੀ ਰੱਖਿਆ ਕਰਦੇ ਹਨ? ਕੀ ਇਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨਹੀਂ ਹਨ? ਇਸ ਲਈ ਪਰਮੇਸ਼ਵਰ ਨੇ ਕਿਹਾ, ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵੱਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ। ਜਦੋਂ ਸੰਕਟ ਦਾ ਅਜਿਹਾ ਸਮਾਂ ਆਉਂਦਾ ਹੈ ਤਾਂ ਸਾਨੂੰ ਸੀਯੋਨ ਵਿੱਚ ਕਿਸ ਨੂੰ ਲੱਭਣਾ ਚਾਹੀਦਾ ਹੈ? ਸਾਨੂੰ ਸਵਰਗੀ ਮਾਤਾ ਨੂੰ ਲੱਭਣਾ ਚਾਹੀਦਾ ਹੈ। ਕੀ ਉਹ ਗੁੰਮਿਆ ਹੋਇਆ ਟੁਕੜਾ ਨਹੀਂ ਹੈ ਜਿਸ ਨੂੰ ਪਰਮੇਸ਼ਵਰ ਨੇ ਲੁਕਾਇਆ ਹੈ? ਇਸ ਰਾਹੀਂ ਅੱਜ ਆਓ ਅਸੀਂ ਸੱਚਾਈ ਦੇ ਵਚਨਾਂ ਤੇ ਡੂੰਘਾਈ ਨਾਲ ਵਿਚਾਰ ਕਰੀਏ। ਇਸ ਯੁੱਗ ਵਿੱਚ ਸਭ ਤੋਂ ਸੁਰੱਖਿਅਤ ਪਨਾਹ ਸਵਰਗੀ ਮਾਤਾ ਹੈ। ਆਓ ਅਸੀਂ ਜ਼ਕਰਿਆ ਅਧਿਆਇ 14 ਉੱਤੇ ਜਾਈਏ। ਪਰਮੇਸ਼ਵਰ ਸਾਨੂੰ ਦੱਸ ਰਹੇ ਹਨ ਕਿ ਆਉਣ ਵਾਲੇ ਭਵਿੱਖ ਵਿੱਚ ਧਰਤੀ ਤੇ ਕਿਸ ਤਰ੍ਹਾਂ ਦੀਆਂ ਆਫਤਾਂ ਆਉਣਗੀਆਂ। ਅਧਿਆਇ 14 ਵਚਨ 12 ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ, ਉਹਨਾਂ ਦਾ ਮਾਸ ਪੈਰਾਂ ਉੱਤੇ ਖੜੇ ਖੜੇ ਗਲ ਜਾਵੇਗਾ ਅਤੇ ਉਹਨਾਂ ਦੀਆਂ ਅੱਖਾਂ ਅੱਖ ਦੀਆਂ ਕੋਠੀਆਂ
그 살이 썩으면 ਵਿੱਚ ਗਲ ਜਾਣਗੀਆਂ 그 ਦੀ 눈이 ਜੀਭ ਉਹਨਾਂ ਦੇ 그 ਮੂੰਹ 속에 ਵਿੱਚ 썩으면 ਗਲ ਜਾਵੇਗੀ। 그 혀가 입 속에서 썩을 것이요. 그날에 ਅਤੇ ਇਹ 여호와께서 ਹੋਵੇਗਾ ਕਿ 그들로 ਉਸ ਦਿਨ 크게 ਯਹੋਵਾ ਦੀ ਵੱਲੋਂ 열악케 ਉਹਨਾਂ ਵਿੱਚ 하시리니 ਵੱਡੀ ਹਲਚਲ 기차 ਹੋਵੇਗੀ। 손으로 ਉਹ ਆਪੋ 붙잡으며 ਆਪਣੇ ਗੁਆਂਢੀ ਦਾ 기차 ਹੱਥ 손을 ਫੜਨਗੇ 끌어 ਅਤੇ ਉਹਨਾਂ ਦੇ 칠 ਹੱਥ 것이며 ਉਹਨਾਂ ਦੇ ਗੁਆਂਢੀਆਂ ਦੇ 유다도 ਉੱਤੇ ਚੁੱਕੇ 예루살렘에서 ਜਾਣਗੇ। 싸우리니 ਯਹੂਦਾ ਵੀ 이때 ਯਰੂਸ਼ਲਮ ਨਾਲ 사면에 ਲੜੇਗਾ 있는 ਅਤੇ ਆਲੇ 온 ਦੁਆਲੇ 민족과 ਦੀਆਂ ਸਾਰੀਆਂ ਕੌਮਾਂ ਦਾ ਧਨ 은과 ਇਕੱਠਾ ਕੀਤਾ ਜਾਵੇਗਾ, 의복이 ਅਰਥਾਤ 심히 ਸੋਨਾ, 많이 ਚਾਂਦੀ ਅਤੇ 모였을 ਬਸਤਰ 것이요. ਢੇਰਾਂ ਦੇ ਢੇਰ। 또 ਇਸ 말과 ਅਜ਼ਾਬ 모세와 ਵਾਂਗ ਇੱਕ ਅਜ਼ਾਬ 양떼와 ਘੋੜਿਆਂ, 나귀와 ਖੱਚਰਾਂ, 그 집에 ਊਠਾਂ, 있는 ਗਧਿਆਂ ਅਤੇ 모든 ਸਾਰੇ 육중에게 ਪਸ਼ੂਆਂ ਉੱਤੇ 미치지 ਜਿਹੜੇ 않고 ਡੇਰਿਆਂ ਵਿੱਚ ਹੋਣਗੇ 그 ਪਵੇਗਾ। 재앙과 같으리라고 했습니다. 눈이 ਇਹ ਉਹ ਬਿਪਤਾ 눈 ਹੈ ਜੋ 속에서 ਸਾਰੀ ਧਰਤੀ 썩을 ਉੱਤੇ 것이고 ਆਵੇਗੀ। ਉਹਨਾਂ ਦੀਆਂ 혀가 ਅੱਖਾਂ ਅੱਖ ਦੀਆਂ 입안에서 ਕੋਠੀਆਂ ਵਿੱਚ ਗਲ 썩게 ਜਾਣਗੀਆਂ ਦੀ ਜੀਭ ਉਹਨਾਂ ਦੇ 이런 ਮੂੰਹ 어떤 ਵਿੱਚ ਗਲ 재앙까지도 ਜਾਵੇਗੀ। 초래가 될 것이다는 것을 알려주시고요. ਉਹਨਾਂ ਨੇ ਉਸ ਬਿਪਤਾ ਦਾ ਜ਼ਿਕਰ 사람뿐만 ਕੀਤਾ ਜੋ ਨਾ 아니라 ਸਿਰਫ ਮਨੁੱਖਾਂ 육축에게 ਤੇ 내릴 ਸਗੋਂ ਜਾਨਵਰਾਂ 이런 ਤੇ ਵੀ 재앙에 ਆਵੇਗੀ। 대해서 언급해 주셨죠. 스바냐 ਆਓ ਅਸੀਂ ਸਫਨਿਆਹ ਅਧਿਆਇ 1 ਖੋਲੀਏ। ਆਓ ਅਸੀਂ ਸਫਨਿਆਹ ਅਧਿਆਇ 1 ਵਚਨ 2 ਦੇਖੀਏ। ਮੈਂ ਜ਼ਮੀਨ ਦੇ ਉੱਤੋਂ ਸਭ ਕੁਝ ਉੱਕਾ ਹੀ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ। ਮੈਂ ਆਦਮੀ ਅਤੇ ਡੰਗਰ ਨੂੰ ਮਿਟਾ ਦਿਆਂਗਾ, ਮੈਂ ਆਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਦੀਆਂ ਮੱਛੀਆਂ ਨੂੰ, ਠੋਕਰਾਂ ਨੂੰ ਦੁਸ਼ਟਾਂ ਸਣੇ ਮਿਟਾ ਦਿਆਂਗਾ। ਅਤੇ ਮੈਂ ਆਦਮੀ ਨੂੰ ਜ਼ਮੀਨ ਦੇ ਉੱਤੋਂ ਕੱਟ ਸੁੱਟਾਂਗਾ, ਯਹੋਵਾਹ ਦਾ ਵਾਕ ਹੈ। ਆਓ ਅਸੀਂ ਵਚਨ 14 ਉੱਤੇ ਜਾਈਏ। ਸਫਨਿਆਹ ਅਧਿਆਇ 1 ਵਚਨ 14। ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ। ਹਾਂ, ਯਹੋਵਾਹ ਦੀ ਆਵਾਜ਼ ਸੂਰਮਾ ਉੱਥੇ ਕੁੜਤਣ ਨਾਲ ਚਿল্ਲਾਵੇਗਾ। ਉਹ ਦਿਨ ਕਹਿਰ ਦਾ ਦਿਨ ਹੈ, ਦੁੱਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ, ਤੁਰੀ ਅਤੇ ਨਾਰੇ ਦਾ ਦਿਨ, ਗੜਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਅਰ ਉੱਚੇ ਬੁਰਜ਼ਾਨ ਦੇ ਵਿਰੁੱਧ। ਮੈਂ ਆਦਮੀਆਂ ਉੱਤੇ ਖੇਚਲ ਲਿਆਵਾਂਗਾ ਅਤੇ ਉਹ ਅੰਨ੍ਹਿਆਂ ਵਾਂਗ ਤੁਰਨਗੇ, ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਪਾਪ ਕੀਤਾ, ਅਤੇ ਉਹਨਾਂ ਦਾ ਲਹੂ ਕੱਟੇ ਵਾਂਗ ਸੁੱਟਿਆ ਜਾਵੇਗਾ ਅਤੇ ਉਹਨਾਂ ਦਾ ਮਾਂਸ ਬਿਸ਼ਤੇ ਵਾਂਗ। ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ ਨਾ ਉਹਨਾਂ ਦੀ ਚਾਂਦੀ ਉਹਨਾਂ ਨੂੰ ਛੁਡਾਵੇਗੀ, ਪਰ ਉਹਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ, ਭਾਵ ਸਾਰਾ ਸੰਸਾਰ ਭਸਮ ਹੋ ਜਾਵੇਗੀ, ਕਿਉਂ ਜੋ ਪੂਰਾ ਅੰਤ, ਹਾਂ, ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ। ਇੱਥੇ ਪਰਮੇਸ਼ਵਰ ਦੇ ਆਖਰੀ ਨਿਆਂ ਬਾਰੇ ਰਿਕਾਰਡ ਹੈ। ਆਓ ਅਸੀਂ ਮਲਾਕੀ ਅਧਿਆਇ 4 ਉੱਤੇ ਜਾਈਏ। ਅਧਿਆਇ 4 ਵਚਨ 1 ਵਿੱਚ ਲਿਖਿਆ ਹੈ, ਤਾਂ ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਗ ਸਾੜਨ ਵਾਲਾ। ਸਾਰੇ ਆਕੜ ਬਾਜ਼ ਅਤੇ ਸਾਰੇ ਦੁਸ਼ਟ ਪੁੱਠਾ ਹੋਣਗੇ। ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ। ਸੈਨਾਵਾਂ ਦਾ ਯਹੋਵਾ ਆਖਦਾ ਹੈ, ਉਹ ਉਹਨਾਂ ਲਈ ਪੁੰਡ-ਮੁੰਡ ਨਾ ਛੱਡੇਗਾ। ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗ ਬਾਹਰ ਨਿਕਲੋਗੇ ਅਤੇ ਕੁੱਦੋਗੇ। ਇੱਥੇ ਇਹ ਕਹਿੰਦਾ ਹੈ, ਤਾਂ ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਗ ਸਾੜਨ ਵਾਲਾ। ਸਫਨਿਆਹ ਅਧਿਆਇ 1 ਵਿੱਚ ਇਹ ਕਹਿੰਦਾ ਹੈ, ਮੈਂ ਆਦਮੀ ਅਤੇ ਡੰਗਰ ਦੋਨਾਂ ਨੂੰ ਮਿਟਾ ਦਿਆਂਗਾ। ਜ਼ਕਰਿਯਾਹ ਅਧਿਆਇ 14 ਵਿੱਚ ਇਹ ਕਹਿੰਦਾ ਹੈ, ਉਹਨਾਂ ਦੀਆਂ ਅੱਖਾਂ ਅੱਖ ਦੀਆਂ ਕੋਠੀਆਂ ਵਿੱਚ ਗਲ ਜਾਣਗੀਆਂ, ਉਹਨਾਂ ਦੀ ਜੀਭ ਉਹਨਾਂ ਦੇ ਮੂੰਹ ਵਿੱਚ ਗਲ ਜਾਵੇਗੀ। ਇਸ ਅਜ਼ਾਬ ਵਾਂਗ ਇੱਕ ਅਜ਼ਾਬ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਉੱਤੇ ਜਿਹੜੇ ਡੇਰਿਆਂ ਵਿੱਚ ਹੋਣਗੇ ਪਵੇਗਾ। ਜਦੋਂ ਅਸੀਂ ਅੱਗ ਦੁਆਰਾ ਆਖਰੀ ਨਿਆਂ ਬਾਰੇ ਇਹਨਾਂ ਭਵਿੱਖਬਾਣੀਆਂ ਦੀ ਜਾਂਚ ਕਰਦੇ ਹਾਂ, ਤਾਂ ਉਸ ਬਿਪਤਾ ਵਿੱਚ ਜਿੱਥੇ ਮੂੰਹ ਜੀਭ ਸੜ ਜਾਂਦੀ ਹੈ ਅਤੇ ਅੱਖਾਂ ਕੋਠੀਆਂ ਵਿੱਚ ਸੜ ਜਾਂਦੀਆਂ ਹਨ, ਅਤੇ ਸਫਨਿਆਹ 1 ਜਿੱਥੇ ਇਹ ਕਹਿੰਦਾ ਹੈ, ਮੈਂ ਮਨੁੱਖ ਅਤੇ ਜਾਨਵਰ ਦੋਨਾਂ ਨੂੰ, ਇੱਥੋਂ ਤੱਕ ਕਿ ਸਮੁੰਦਰ ਦੀਆਂ ਮੱਛੀਆਂ ਨੂੰ ਵੀ ਮਿਟਾ ਦਿਆਂਗਾ। ਕੀ ਸਾਨੂੰ ਸਭ ਤੋਂ ਸੁਰੱਖਿਅਤ ਥਾਂ ਦੀ ਖੋਜ ਨਹੀਂ ਕਰਨੀ ਚਾਹੀਦੀ? ਜਿਸ ਤਰ੍ਹਾਂ ਨੂਹ ਦੇ ਸਮੇਂ ਕਿਸ਼ਤੀ ਸੁਰੱਖਿਅਤ ਪਨਾਹ ਸੀ, ਉਸੇ ਤਰ੍ਹਾਂ ਕੀ ਸੀਯੋਨ ਉਹ ਜਗ੍ਹਾ ਨਹੀਂ ਹੈ ਜਿਸ ਨੂੰ ਸਾਨੂੰ ਇਸ ਯੁੱਗ ਵਿੱਚ ਲੱਭਣਾ ਚਾਹੀਦਾ ਹੈ? ਸੀਯੋਨ ਇੱਕ ਸੁਰੱਖਿਅਤ ਜਗ੍ਹਾ ਕਿਉਂ ਹੈ? ਉੱਥੇ ਕੌਣ ਹਨ? ਕੀ ਜ਼ਬੂਰਾਂ ਦੀ ਪੋਥੀ ਅਧਿਆਇ 132 ਨਹੀਂ ਕਹਿੰਦਾ ਹੈ ਕਿ ਪਰਮੇਸ਼ਵਰ ਨੇ ਸੀਯੋਨ ਨੂੰ ਚੁਣਿਆ ਹੈ ਅਤੇ ਉਹਨਾਂ ਨੇ ਇਸ ਨੂੰ ਆਪਣੇ ਨਿਵਾਸ ਲਈ ਚਾਹਿਆ ਹੈ? ਦੂਜੇ ਸ਼ਬਦਾਂ ਵਿੱਚ, ਇਹ ਪਰਮੇਸ਼ਵਰ ਦਾ ਘਰ ਹੈ। ਫਿਰ ਇਹ ਸੁਰੱਖਿਅਤ ਕਿਉਂ ਹੈ? ਉੱਥੇ ਕੌਣ ਹੈ? ਕੀ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਉੱਥੇ ਨਿਵਾਸ ਨਹੀਂ ਕਰ ਰਹੇ ਹਨ? ਪਿਤਾ ਅਤੇ ਮਾਤਾ ਆਪਣੀਆਂ ਸੰਤਾਨਾਂ ਨੂੰ ਕੀ ਕਰਨ ਲਈ ਕਹਿੰਦੇ ਹਨ? ਜਦੋਂ ਅਸੀਂ ਅਜਿਹੀਆਂ ਆਫਤਾਂ ਦਾ ਅਹਿਸਾਸ ਕਰਦੇ ਹਾਂ, ਤਾਂ ਉਹ ਸਾਨੂੰ ਬਿਨਾਂ ਦੇਰੀ ਕੀਤੇ ਕਿੱਥੇ ਭੱਜਣ ਲਈ ਕਹਿੰਦੇ ਹਨ?
우리 ਆਓ 예레미야 ਅਸੀਂ ਯਿਰਮੀਆ 4장 ਅਧਿਆਇ 4 ਉੱਤੇ ਜਾਈਏ। 4장 ਅਧਿਆਇ 5절의 4 말씀 ਵਚਨ 보겠습니다. 5 ਵਿੱਚ ਲਿਖਿਆ ਹੈ, 너희는 ਯਹੂਦਾ ਵਿੱਚ 유다에 ਦੱਸੋ ਅਤੇ 선포하며 ਯਰੂਸ਼ਲਮ ਵਿੱਚ ਸੁਣਾਓ 예루살렘에 ਅਤੇ 공포하여 ਆਖੋ 이르기를 ਭਈ ਦੇਸ਼ ਵਿੱਚ ਤੁਰੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ ਇਕੱਠੇ ਹੋ ਜਾਓ ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ। 우리가 견관성으로 ਰੇਜ਼ ਦ 들어가자. ਸਿਗਨਲ ਟੂ ਗੋ ਟੂ। 견관성 ਕਿੱਥੇ? 어디로요? ਤੁਸੀਂ 시온을 ਸੀਯੋਨ ਵਿੱਚ 향하여 ਝੰਡਾ ਉੱਚਾ 기업을 ਕਰੋ, 세우라. ਪਨਾਹ ਲਈ 어깨야, ਨੱਠੋ ਅਤੇ ਖਲੋਵੋ 지체하지 ਨਾ, 말라. ਕਿਉਂ ਜੋ ਮੈਂ 내가 ਉੱਤਰ ਵੱਲੋਂ 북방에서 ਬੁਰਿਆਈ 재앙과 ਅਤੇ ਵੱਡੀ 큰 ਬਰਬਾਦੀ ਲਿਆ ਰਿਹਾ 멸망으로 ਹਾਂ। 이르게 할 ਇੱਕ 것이니라. ਬਬਰ ਸ਼ੇਰ ਆਪਣੇ ਝਾੜ ਵਿੱਚੋਂ ਨਿਕਲਿਆ ਹੈ ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ, ਉਹ ਆਪਣੇ ਥਾਂ ਤੋਂ ਨਿਕਲਿਆ। ਇਹ ਲਿਖਿਆ ਹੋਇਆ ਹੈ ਜੋ ਸੰਸਾਰ ਨੂੰ ਨਾਸ ਕਰਨ ਵਾਲਾ ਹੈ, ਉਹ ਚੜ੍ਹਾਈ ਕਰਕੇ ਆ ਰਿਹਾ ਹੈ। ਜਦੋਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਪਰਮੇਸ਼ਵਰ ਸਾਨੂੰ ਤੁਰੰਤ ਕਿੱਥੇ ਜਾਣ ਲਈ ਕਹਿੰਦੇ ਹਨ? ਉਹ ਸਾਨੂੰ ਬਿਨਾਂ ਦੇਰੀ ਕੀਤੇ ਸੀਯੋਨ ਨੂੰ ਭੱਜ ਜਾਣ ਲਈ ਕਹਿੰਦੇ ਹਨ। ਫਿਰ ਜੇ ਅਸੀਂ ਸੁਰੱਖਿਅਤ ਜਗ੍ਹਾ ਨੂੰ ਜਾਣਦੇ ਹਾਂ ਤਾਂ ਕੀ ਸਾਨੂੰ ਉੱਥੇ ਇਕੱਲੇ ਹੀ ਜਾਣਾ ਚਾਹੀਦਾ ਹੈ? ਆਪਣੇ ਮਾਤਾ ਪਿਤਾ, ਆਪਣੀਆਂ ਸੰਤਾਨਾਂ ਅਤੇ ਆਪਣੇ ਦੋਸਤਾਂ ਨੂੰ ਦੱਸਣਾ ਅਤੇ ਉਹਨਾਂ ਨੂੰ ਮੁਕਤੀ ਦੇ ਰਾਹ ਵੱਲ ਲੈ ਜਾਣਾ ਬਿਹਤਰ ਹੋਵੇਗਾ, ਹੈ ਨਾ? ਉਹ ਥਾਂ ਸੀਯੋਨ ਹੈ ਅਤੇ ਸੀਯੋਨ ਵਿੱਚ ਪਰਮੇਸ਼ਵਰ ਨਿਵਾਸ ਕਰਦੇ ਹਨ। ਪਰਮੇਸ਼ਵਰ ਦੀ ਸੰਤਾਨ ਹੋਣ ਦੇ ਨਾਤੇ ਸਾਨੂੰ ਸਾਫ਼ ਸਮਝਣਾ ਚਾਹੀਦਾ ਹੈ ਕਿ ਸਾਨੂੰ ਸੀਯੋਨ ਕਿਉਂ ਜਾਣਾ ਚਾਹੀਦਾ ਹੈ। ਕੀ ਭਵਿੱਖਬਾਣੀਆਂ ਅਨੁਸਾਰ ਸਾਡੇ ਜਾਗਣ ਦਾ ਸਮਾਂ ਨਹੀਂ ਆਇਆ ਹੈ? ਆਓ ਅਸੀਂ ਮੱਤੀ ਅਧਿਆਇ 24 ਵਚਨ 42 ਦੇਖੀਏ। ਵਚਨ 42 ਕਹਿੰਦਾ ਹੈ, ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭ ਕਿਹੜੇ ਦਿਨ ਆਉਂਦਾ ਹੈ। ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਖਬਰ ਹੁੰਦੀ ਪਈ ਚੋਰ ਕਿਸ ਪਹਿਰਾਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਸੰਨ ਲੱਗਣ ਨਾ ਦਿੰਦਾ। ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ। ਯਿਸੂ ਨੇ ਅਧਿਆਇ 24 ਅਤੇ 25 ਵਿੱਚ ਜ਼ੋਰ ਦੇ ਕੇ ਆਖਿਆ, ਜਾਗਦੇ ਰਹੋ, ਸੌ ਨਾ। ਜੇ ਅਸੀਂ ਸੌਂਦੇ ਹਾਂ ਤਾਂ ਅਸੀਂ ਇਹ ਸੋਚ ਕੇ ਇਸ ਸੰਸਾਰ ਵਿੱਚ ਰੁੜ ਜਾਵਾਂਗੇ। ਸੰਸਾਰ ਵਿੱਚ ਅਜਿਹਾ ਕਰਨਾ ਠੀਕ ਹੈ ਨਾ? ਦੁਨੀਆ ਦੇ ਮਾਪਦੰਡਾਂ ਅਨੁਸਾਰ ਠੀਕ ਹੋ ਸਕਦਾ ਹੈ, ਪਰ ਇਹ ਉਹਨਾਂ ਲੋਕਾਂ ਲਈ ਉਚਿਤ ਨਹੀਂ ਜੋ ਸਵਰਗ ਜਾ ਰਹੇ ਹਨ। ਇਸ ਲਈ ਸਾਡੀ ਮਿਆਰ ਕੀ ਹੋਣੀ ਚਾਹੀਦੀ ਹੈ? ਸਾਨੂੰ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਨਾਲ ਜੋੜਨਾ ਚਾਹੀਦਾ ਹੈ। ਸਾਨੂੰ ਸੰਸਾਰ ਦੇ ਮਿਆਰਾਂ ਦੇ ਅਨੁਸਾਰ ਨਹੀਂ ਰਹਿਣਾ ਚਾਹੀਦਾ, ਪਰ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਮਿਆਰਾਂ ਦੇ ਨਾਲ ਜੋੜਨਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਰਾਜ ਵਿੱਚ ਰਹਿੰਦੇ ਹਨ। ਅਧਿਆਇ 24 ਵਚਨ 45। ਉਪਰੰਤੂ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹਨੂੰ ਮਾਲਕ ਨੇ ਆਪਣੇ ਨੌਕਰ ਚਾਕਰਾਂ ਉੱਤੇ ਮੁਖਤਿਆਰ ਕੀਤਾ ਪਈ ਵੇਲੇ ਸਿਰ ਉਹਨਾਂ ਨੂੰ ਰਸਦ ਦੇਵੇ। ਧੰਨ ਉਹ ਨੌਕਰ ਜਿਹਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖਤਿਆਰ ਕਰ ਦੇਵੇਗਾ। ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਚਿਰ ਲਾਉਂਦਾ ਹੈ ਅਤੇ ਆਪਣੇ ਨਾਲ ਦੋ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ, ਇਸ ਦਾ ਮਤਲਬ ਹੈ ਕਿ ਉਸਨੇ ਆਪਣਾ ਕੰਮ ਨਹੀਂ ਕੀਤਾ। ਸਾਨੂੰ ਨਵੇਂ ਨੇਮ ਦੀਆਂ ਸੰਤਾਨਾਂ ਨੂੰ ਨਵੇਂ ਨੇਮ ਦਾ ਪੂਰੀ ਲਗਨ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ। ਹਾਲਾਂਕਿ ਕਈ ਵਾਰ ਅਸੀਂ ਆਪਣਾ ਕੰਮ ਕਰਨ ਵਿੱਚ ਅਸਫਲ ਹੋ ਜਾਂਦੇ ਹਾਂ ਅਤੇ ਕੁਝ ਵਿਅਰਥ ਕੰਮ ਕਰਦੇ ਹਾਂ। ਵਚਨ 50। ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਉਸ ਨੌਕਰ ਦਾ ਮਾਲਕ ਆਵੇਗਾ ਅਤੇ ਉਹਨੂੰ ਦੋ ਟੋਟੇ ਕਰ ਦੇਵੇਗਾ ਔਰ ਕਪੀਆਂ ਨਾਲ ਉਹਦਾ ਹਿੱਸਾ ਠਹਿਰਾਵੇਗਾ। ਉੱਥੇ ਹੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਕਿਉਂਕਿ ਇਹ ਚੀਜ਼ਾਂ ਹੋ ਸਕਦੀਆਂ ਹਨ, ਇਸ ਲਈ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਸਾਨੂੰ ਕੀ ਦੱਸਦੇ ਹਨ? ਉਹ ਕਹਿੰਦੇ ਹਨ, ਜਾਗਦੇ ਰਹੋ, ਸੁਚੇਤ ਰਹੋ। ਸਾਨੂੰ ਇਸ ਯੁੱਗ ਦਾ ਪਤਾ ਹੋਣਾ ਚਾਹੀਦਾ ਹੈ। ਜਦੋਂ ਅਜਿਹੀ ਖਤਰਨਾਕ ਸਥਿਤੀ ਪੈਦਾ ਹੁੰਦੀ ਹੈ ਤਾਂ ਸਾਨੂੰ ਸਭ ਤੋਂ ਸੁਰੱਖਿਅਤ ਜਗ੍ਹਾ ਸਵਰਗੀ ਮਾਤਾ ਯਰੂਸ਼ਲਮ ਦੀਆਂ ਬਾਹਾਂ ਵਿੱਚ ਜਾਣਾ ਚਾਹੀਦਾ ਹੈ। ਕੋਆ ਆਪਣੀ ਮਾਤਾ ਦੀ ਪਿੱਠ ਨਾਲ ਚਿੰਬੜਿਆ ਰਹਿੰਦਾ ਅਤੇ ਕਦੇ ਨਹੀਂ ਡਿੱਗਦਾ। ਕੰਗਾਰੂ ਆਪਣੀ ਮਾਤਾ ਦੀ ਥੈਲੀ ਦੇ ਅੰਦਰ ਹੀ ਲੁਕੇ ਰਹਿੰਦੇ ਹਨ। ਕੋਈ ਹੋਰ ਥਾਂ ਨਹੀਂ ਹੈ ਜਿੱਥੇ ਉਹ ਸ਼ਾਂਤੀ ਨਾਲ ਰਹਿ ਸਕਣ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੀਆਂ ਮਾਵਾਂ ਬਾਹਰ ਕੱਪੜੇ ਧੋਂਦੀਆਂ ਸੀ ਅਤੇ ਅਸੀਂ ਉਹਨਾਂ ਦੇ ਪਿੱਛੇ ਜਾਂਦੇ ਸੀ।
ਫਿਰ ਜੇਕਰ ਇੱਕ ਭਿਆਨਕ ਕੁੱਤਾ ਆ ਜਾਵੇ ਤਾਂ ਵੀ ਅਸੀਂ ਨਹੀਂ ਡਰਦੇ ਸੀ। ਸਾਡੇ ਕੋਲ ਬਚਪਨ ਦੀਆਂ ਅਜਿਹੀਆਂ ਯਾਦਾਂ ਹਨ। ਕੀ ਇਹੀ ਕਾਰਨ ਨਹੀਂ ਹੈ ਕਿ ਸਵਰਗੀ ਮਾਤਾ ਸਾਡੇ ਨਾਲ ਹੈ? ਇਸ ਲਈ ਆਓ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਯਰੂਸ਼ਲਮ ਮਾਤਾ ਬਾਰੇ ਤੁਰੰਤ ਸੂਚਿਤ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਦੂਸਰਿਆਂ ਲਈ ਸੀਯੋਨ ਵਿੱਚ ਜਲਦੀ ਵਾਪਸ ਜਾਣ ਦੇ ਕਈ ਰਸਤੇ ਖੋਲ੍ਹ ਸਕਦੇ ਹਾਂ। ਮੈਂ ਆਸ ਕਰਦਾ ਹਾਂ ਕਿ ਸਵਰਗੀ ਮਾਤਾ ਦੁਆਰਾ ਸਾਰੇ ਸਵਰਗੀ ਪਰਿਵਾਰ ਦੇ ਮੈਂਬਰ ਭਰਪੂਰ ਮਾਤਰਾ ਵਿੱਚ ਆਤਮਿਕ ਊਰਜਾ ਨਾਲ ਭਰ ਜਾਣ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਕਿਸੇ ਚੀਜ਼ ਦੀ ਘਾਟ ਨਾ ਰੱਖਣ। ਅਸੀਂ ਖੁਸ਼ ਲੋਕ ਹਾਂ ਕਿਉਂਕਿ ਸਾਡੇ ਕੋਲ ਸਵਰਗੀ ਮਾਤਾ ਹੈ। ਮਾਤਾ ਤੋਂ ਬਿਨਾਂ ਇੱਕ ਸੰਸਾਰ, ਅਜਿਹੀ ਦੁਨੀਆ ਹੈ ਜਿੱਥੇ ਜੀਵਨ ਨਹੀਂ ਹੈ, ਹੈ ਨਾ? ਜੇ ਮਾਤਾ ਨਹੀਂ ਹੈ ਤਾਂ ਭਾਵੇਂ ਉਹ ਜਾਨਵਰ, ਪੌਦੇ ਜਾਂ ਮੱਛਲੀਆਂ ਹੋਣ, ਉਹ ਸੰਸਾਰ ਬਿਨਾਂ ਜੀਵਨ ਦਾ ਸੰਸਾਰ ਹੈ। ਇਹ ਕਿਸ ਦੀ ਮਰਜ਼ੀ ਹੈ? ਇਹ ਪਰਮੇਸ਼ਵਰ ਦੀ ਇੱਛਾ ਹੈ ਜਿਨ੍ਹਾਂ ਨੇ ਸਭ ਚੀਜ਼ਾਂ ਨੂੰ ਬਣਾਇਆ ਹੈ। ਇਸ ਨੂੰ ਦੇਖ ਕੇ ਅਸੀਂ ਸੱਚਮੁੱਚ ਧੰਨ ਹਾਂ। ਅਸੀਂ ਖੁਸ਼ ਹਾਂ ਕਿਉਂਕਿ ਸਾਡੇ ਕੋਲ ਸਵਰਗੀ ਮਾਤਾ ਹੈ। ਕਿਸੇ ਵੀ ਔਖੀ ਸਥਿਤੀ ਵਿੱਚ ਸਾਨੂੰ ਹਮੇਸ਼ਾ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮੈਨੂੰ ਆਸ ਹੈ ਕਿ ਸਾਰੇ ਸਵਰਗੀ ਪਰਿਵਾਰ ਦੇ ਮੈਂਬਰ ਆਪਣੇ ਪਿਆਰ ਦੇ ਮਾਰਗ ਨੂੰ ਕਦੇ ਨਹੀਂ ਭੁੱਲਣਗੇ। ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।